गुरु फतेह। प्रवान गुरु वाहिगुरु जी का खालसा वाहिगुरु जी की फतेह। समूह संगतां ने धन गुरु रामदास साहिब नूं एक सवाल पुछया, महाराज जोग दी जुगत की है? जोग कहंदे ने उहदे नाल योग हो जावे, मिलन हो जावे। क्योंकि अनेकां अनेकां जुगतियां आदि काल तो चलदियां आ रही हैं, जो आप जी ने ਸਿੰਘ ਸਾਹਿਬ ਦੀ ਮੁਬਾਰਕ ਰਸਨਾ ਤੋਂ ਗੁਰੂ ਰਾਮਦਾਸ ਸਾਹਿਬ ਦੇ ਬੋਲ ਸ਼ਰਵਨ ਕੀਤੇ, ਆਪ ਜੀ ਦੇ ਸਾਹਮਣੇ ਰੱਖਾਂ। ਕਿ ਜਦੋਂ ਗੁਰੂ ਦਾ ਹੱਥ ਮਨੁੱਖ ਦੇ ਸਿਰ ਤੇ ਹੋਵੇ ਤੇ ਕਹਿੰਦੇ ਨੇ ਹਿਰਦੇ ਵਿੱਚ ਨਾਮ ਟਿਕ ਜਾਂਦਾ ਹੈ, ਵਸ ਜਾਂਦਾ ਹੈ। ਮੇਰੇ ਹੀਰੇ ਰਤਨ ਨਾਮ ਹਰ ਵਸਿਆ। ਦੁਨੀਆ ਦੇ ਵਿੱਚ ਤਮਾਮ ਕਿਸਮ ਦੇ ਰਤਨ ਹਨ, ਹੀਰੇ ਹਨ, ਜਮਾਰਾਤ ਹਨ, ਨੀਲਮ ਪਦਮ ਹਨ, ਜੋ ਖਰੀਦੇ ਵੀ ਜਾਂਦੇ ਹਨ ਔਰ ਵੇਚੇ ਵੀ ਜਾਂਦੇ ਹਨ। रूहे ज़मीं ते इको एक हीरा ऐसा है, रतन ऐसा है जो ना खरीदिया जा सकता है, ना वेचिया जा सकता है। वेच भी नहीं सकते, खरीद भी नहीं सकते। फिर ये किवें प्राप्त होवे हीरा? साहिब कहंदे ने गुरु दी अनुकंपा, गुरु दी किरपा। और मैं आप जी नूं अर्ज करा कि जदों शब्द गुरु है तो शब्द गुरु हथ किवें रखेगा आप जी दे सिर ते? कोई मनुख होवे, देहधारी गुरु होवे तो वह हथ भी रख सकता है। कोई देहधारी गुरु होवे उहदे चरणां ते भी मत्था टेक सकते हैं। पर जदों गल आउंदी है शब्द गुरु दी, हथ कित्थे हन, फिर पैर कित्थे हन? फिर शब्द गुरु दी की सेवा करिए? क्योंकि कई बार कुछ गल्लां ऐसियां हन जो धारणा दे तौर ते जां परंपरा दे तौर ते चलदियां आ रही हन तो असी भी उसनों कबूल कर लेंदे हाँ। क्यों? क्योंकि बापू ने भी कबूलिया, दादे ने भी कबूलिया, मैं भी कबूलना है। एक गल आचार्य रजनीश ने आखी, हो सकता है उस गल नाल असी सहमत ना होइए, पर उहदी गल बहुत कमाल दी। वो कहंदा है कि हिंदू दे घर बच्चे का जन्म होया ते असी मल्लो मल्ली संस्कार बच्चे ते थोप देंदे हां। मल्लो मल्ली जे किधरे सिख दे घर बच्चे का जन्म होया ते सिख धर्म दे संस्कार उन्हां ते असी थोपदे हां। उसनों कहंदे हां, जा पुत्र तू जोड़े दी सेवा कर, जा पुत्र तू लंगर दी सेवा कर, जा पुत्र तू भांडे जाके मांज। हुण पुत्र कह देंदा है, गुरुदेव पिता मैं लंगर तां वंडना है, लंगर तां छकाना है, पर मैनू ये तां दस इहदे नाल मिलेगा की? ते असी कह देने हां, पुत्र ये बहुत वड्डी सेवा है, इहदे नाल गुरु दी रहमत होवेगी, गुरु दी बख्शिश होवेगी।
ਅਸੀਂ ਕਹਿ ਦਿੱਤਾ, ਬੱਚੇ ਦੇ ਜ਼ਹਿਨ ਵਿੱਚ ਗੱਲ ਬੈਠ ਗਈ। ਹੁਣ ਜਦੋਂ ਵੀ ਲੰਗਰ ਦਾ ਬੰਦੋਬਸਤ ਹੋਇਆ, ਬੱਚੇ ਨੇ ਆਪਣਾ ਹਿੱਸਾ ਪਾ ਦਿੱਤਾ। 2000, 5000, 10000 ਹਿੱਸਾ ਪਾ ਦਿੱਤਾ। ਹੁਣ ਬੱਚਾ ਮਨ ਵਿੱਚ ਸੋਚਦਾ ਹੈ, ਮੈਂ ਬਹੁਤ ਵੱਡਾ ਧਾਰਮਿਕ ਹੋ ਗਿਆ ਕਿਉਂਕਿ ਮੈਂ ਲੰਗਰ ਚਲਾਉਂਦਾ। ਬਾਪੂ ਨੇ ਵੀ ਕਿਹਾ ਸੀ, ਫਿਰ ਗਾਹਾਂ ਬਾਪੂ ਦੇ ਬਾਪੂ ਨੇ ਵੀ ਕਿਹਾ ਸੀ, ਮੈਂ ਧਾਰਮਿਕ ਹੋ ਗਿਆ। ਝਾੜੂ ਦੀ ਸੇਵਾ ਕੀਤੀ, ਮੈਂ ਧਾਰਮਿਕ ਹੋ ਗਿਆ। ਜੋੜੇ ਦੀ ਮੈਂ ਸੇਵਾ ਕੀਤੀ, ਮੈਂ ਧਾਰਮਿਕ ਹੋ ਗਿਆ। ਮੈਂ ਜਲ ਦੀ ਸੇਵਾ ਕੀਤੀ, ਮੈਂ ਧਾਰਮਿਕ ਹੋ ਗਿਆ। ਮੁਬਾਰਕ, ਬਹੁਤ ਚੰਗੀ ਗੱਲ ਹੈ। ਲੇਕਿਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਬੋਲ ਲਿਖੇ ਹੋਏ ਹਨ, ਉਹਨਾਂ ਨੂੰ ਕੌਣ ਪੜ੍ਹੇਗਾ? ਉਹਨਾਂ ਨੂੰ ਕੌਣ ਵਿਚਾਰੇਗਾ? ਅਜੋਕੇ ਸਮੇਂ ਵਿੱਚ ਇੱਕ ਧਾਰਨਾ ਚੱਲ ਰਹੀ ਹੈ, ਧਿਆਨ ਦੇਣਾ ਉਸ 'ਤੇ। ਮੈਂ ਕਈ ਵਾਰ ਅਰਜ਼ ਕਰ ਚੁੱਕਾ ਹਾਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜਿਤਨੀ ਵੀ ਤਸਵੀਰਾਂ ਹਨ, ਸਾਰੀਆਂ ਤਸਵੀਰਾਂ ਕਾਲਪਨਿਕ ਹਨ, ਸਾਰੀਆਂ ਤਸਵੀਰਾਂ। ਔਰ ਗੁਸਤਾਖੀ ਮਾਫ, ਇਹ ਵੀ ਮੈਂ ਅਰਜ਼ ਕਰਾਂ, ਕੀ ਪਤਾ ਬਾਬਾ ਦੀਪ ਸਿੰਘ ਦੀ ਤਸਵੀਰ ਵੀ ਓਰੀਜਨਲ ਹੈ ਕਿ ਨਹੀਂ, ਸਾਨੂੰ ਕੀ ਪਤਾ ਹੈ। ਭਾਈ ਮਨੀ ਸਿੰਘ ਦੀ ਤਸਵੀਰ ਓਰੀਜਨਲ ਹੈ ਕਿ ਨਹੀਂ, ਇਹ ਸਾਨੂੰ ਕੀ ਪਤਾ ਹੈ। ਬਸ ਪੂਜੀ ਜਾ ਰਹੇ ਹਾਂ, ਪੂਜੀ ਜਾ ਰਹੇ ਹਾਂ। ਮੁਬਾਰਕ ਹੈ। ਆਪ ਜੀ ਦੀ ਸ਼ਰਧਾ ਨੂੰ ਮੈਂ ਚੋਟ ਨਹੀਂ ਮਾਰਦਾ ਪਿਆ। ਇੱਕ ਨਵੀਂ ਗੱਲ ਆਪ ਜੀ ਦੇ ਸਾਹਮਣੇ ਮੈਂ ਹੋਰ ਰੱਖਾਂ, ਪਰ ਇਹ ਗੱਲ ਮੈਨੂੰ ਚੰਗੀ ਲੱਗੀ ਉਸ ਤੋਂ ਵੀ। ਜੋ ਅਜੋਕੇ ਸਮੇਂ ਵਿੱਚ ਇਸ ਅਸਥਾਨ ਦੇ ਵੀ ਚੌਪਹਿਰਾ ਹੁੰਦਾ ਹੈ, ਇਹ ਹਰ ਥਾਂ 'ਤੇ ਹੁਣ ਚੱਲ ਪਿਆ ਹੈ। ਇੱਕ ਕਥਾਵਾਚਕ ਕਹਿੰਦਾ, ਜਿਹੜੀ ਮੂਲ ਮਰਿਆਦਾ ਸੀ ਸਿੱਖ ਧਰਮ ਦੇ ਵਿੱਚ ਇਕੋਤਰੀ, ਉਹ ਤਾਂ ਤੁਸੀਂ ਭੁੱਲ ਹੀ ਗਏ ਹੋ। ਮੈਂ ਕਿਹਾ, ਇਹ ਇਕੋਤਰੀ ਨਵਾਂ ਸ਼ਬਦ ਆ ਗਿਆ ਸਾਹਮਣੇ। ਫਿਰ ਦੁਪਹਿਰੀ, ਫਿਰ ਤਿਪਹਿਰਾ, ਫਿਰ ਚੌਪਹਿਰਾ। ਪਰ ਉਹਦੀ ਗੱਲ ਮੈਨੂੰ ਚੰਗੀ ਲੱਗੀ। ਕਹਿੰਦੇ ਨੇ, ਅਸੀਂ ਇਕੋਤਰੀਆਂ ਭੁੱਲ ਗਏ ਹਾਂ। ਪੁਰਾਤਨ ਸਮੇਂ ਦੇ ਸਿੰਘ ਇਕੋਤਰੀ ਕਰਦੇ ਸੀ। ਹੁਣ ਇਕੋਤਰੀ ਦੀ ਮਰਿਆਦਾ ਕੀ ਸੀ ਕਿ ਜਿਵੇਂ ਧੰਨ ਗੁਰੂ ਰਾਮਦਾਸ ਸਾਹਿਬ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ, ਤੋ ਸਿੰਘਾਂ ਨੂੰ ਪੁੱਛ ਲੈਂਦੇ ਸੀ, ਕਿਹੜੇ ਕਿਹੜੇ ਸਿੰਘ ਤਿਆਰ ਨੇ, ਕਿਹੜੇ ਕਿਹੜੇ ਸਿੱਖ ਤਿਆਰ ਨੇ ਜੋ ਅਖੰਡ ਪਾਠ ਸਾਹਿਬ ਰਖਾਉਣ ਵਾਸਤੇ ਤਿਆਰ ਹੋਣ। ਕਹਿੰਦੇ ਨੇ ਕਿ ਫਿਰ 50 ਪਰਿਵਾਰ ਐਸੇ ਸਨ ਜੋ ਤਿਆਰ ਹੋ ਜਾਂਦੇ ਸੀ, ਅਖੰਡ ਪਾਠ ਮੈਂ ਵੀ ਰਖਾਣਾ ਹੈ, ਅਖੰਡ ਪਾਠ ਮੈਂ ਵੀ ਰਖਾਣਾ। 50 ਪਰਿਵਾਰ। ਜੇ ਸੰਗਤ ਵਿੱਚ 100 ਬੰਦੇ ਬੈਠੇ ਨੇ, 100 ਪਰਿਵਾਰ ਤਿਆਰ ਹੋ ਜਾਂਦੇ ਸੀ। 100 ਪਰਿਵਾਰ। ਫਿਰ ਸਾਰਿਆਂ ਨੂੰ ਕਿਹਾ ਜਾਂਦਾ ਸੀ ਕਿ ਅਖੰਡ ਪਾਠ ਸਾਹਿਬ ਤਾਂ ਇੱਕੋ ਹੀ ਹੋਵੇਗਾ, ਇੱਕੋ ਹੀ ਹੋਵੇਗਾ। ਪਰ ਜਿਨ੍ਹਾਂ ਨੇ ਨਾਮ ਲਿਖਾਏ ਹਨ, ਉਹਨਾਂ ਦੇ ਪਰਿਵਾਰ ਵਿੱਚ ਜੇ 4 ਮੈਂਬਰ ਸਨ, 6 ਮੈਂਬਰ ਸਨ, 8 ਮੈਂਬਰ ਸਨ, ਤਾਂ ਉਹ 2-2 ਘੰਟੇ 2-2 ਬੰਦੇ ਗੁਰਦੁਆਰੇ ਬੈਠਣਗੇ। ਫਿਰ ਉਹਨਾਂ ਦੀ ਗਿਣਤੀ ਕਰੀਬ 100 ਹੋ ਜਾਂਦੀ ਸੀ। 100 ਬੰਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਪਾਠ ਸੁਣਦੇ ਸੀ। ਫਿਰ ਜਿਨ੍ਹਾਂ ਦੇ 2 ਘੰਟੇ ਸੰਪੂਰਨ ਹੋ ਗਏ, ਉਹਨਾਂ ਦੀ ਥਾਂ 'ਤੇ ਦੂਜੇ ਆਉਣਗੇ, ਫਿਰ ਇਹ ਤਾਂ ਉੱਠਣਗੇ। ਔਰ ਇਹ ਦਿਨ ਰਾਤ, ਦੂਜੇ ਦਿਨ ਦੂਜੀ ਰਾਤ, ਇਹ ਕੰਟੀਨਿਊ ਚੱਲਦਾ ਹੀ ਰਹਿੰਦਾ ਸੀ। 100 ਬੰਦੇ ਬੈਠੇ ਹੀ ਹੁੰਦੇ ਸੀ ਆਲਰੇਡੀ, ਜਦੋਂ ਤੱਕ ਅਖੰਡ ਪਾਠ ਸਾਹਿਬ ਸੰਪੂਰਨ ਨਹੀਂ ਹੁੰਦਾ ਸੀ। ਇਸ ਨੂੰ ਕਹਿੰਦੇ ਨੇ ਇਕੋਤਰੀ। ਇਹ ਗੱਲ ਮੈਨੂੰ ਚੰਗੀ ਲੱਗੀ। ਪਾਠ ਸੁਣੋ, ਗੁਰਬਾਣੀ ਸੁਣੋ। ਮੈਂ ਅਰਜ਼ ਕਰ ਰਿਹਾ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ 'ਤੇ ਆਪ ਜੀ ਬਹੁਤ ਕੀਮਤੀ ਫੁੱਲਾਂ ਦੀ ਵਰਖਾ ਕਰੋ, ਬਹੁਤ ਕੀਮਤੀ
इत्र सेंट ਉਹਦਾ छिड़काव करो। बहुत कीमती चंदोवा, क्योंकि कल एक प्रेमी कथा करदा पिया सी, कहन लगे मेरी गल का गुस्सा लगेगा, असी रुमाला साहिब चंदोवा साहिब कहते ने पता नहीं असी किथे किथे साहिब लगा के बैठे हुए हैं, किथे किथे। साहिब तो केवल एक है, गुरु ग्रंथ साहिब, बस। बाकी जिन्होंने असी कहते हैं रुमाला साहिब, आप जी सारे सियाणे बैठे हो, करोड़ों का बिजनेस होंदा है रुमाला साहिब के नाम से, चंदोवा साहिब के नाम से, लेकिन असी ध्यान ही नहीं करते उस पासे, तुरी जा रहे हैं, तुरी जा रहे हैं, तुरी जा रहे हैं। एक आलम कहता सी, किसी की गल सुन के ये यकीन ना कर लेना कि ये बहुत वड्डा विद्वान है। कोई गल सुन के उसनों इस करके कबूल ना कर लेना कि ये मेरा मित्र है। अपनी कसौटी ते भी कसना है, गल ठीक है जां गलत है। हुण असी कितने ही सालों तो सुनते आ रहे हैं, कितने ही सालों तो, कि गुरु नानक साहिब महाराज का जदों अंतिम संस्कार होया ती ते आप जी की देह गायब हो गई सी, उत्थे कुछ भी नहीं सी, उत्थे फुल सी। नाल ये भी कह देंगे गुरु साहिब कुछ भी कर सकते हैं। गाथा असी सुनते ही आ रहे हैं, सुनते ही आ रहे हैं, ये गाथा रूढ़ हो गई है, रूढ़ हो गई। गुरु नानक साहिब ते सपने छां की गाथा रूढ़ हो गई। पर आप जी नूं शायद खबर होवे, इसे तरह की साखी महात्मा ईसा नाल भी जुड़ी हुई है, महात्मा बुद्ध नाल भी जुड़ी हुई, क्योंकि सानू तो खबर है, असी तो रिसर्च करते ही रहते हैं। असी वो साखी भी गुरु नानक साहिब नाल जोड़ दी। मुक्तसर मैं अर्ज करा, अज ही कथा चल रही सी मंजी साहिब तो, मेरे मित्र हरशविंदर सिंह जी ने भी मैंने एक गल आखी, कहने लगे ज्ञानी जी आप जी अपना व्यू दवो। एक तो पहली गल ये है कि धन गुरु रामदास साहिब महाराज जिन्हां दे बारे सत्ते बलवंडे ने की आख्या सी, आप जी रोज शब्द सुनते हो, आप जी नूं शब्द कंठस भी याद है। धन धन रामदास गुरु जिन सिरिया तिने संवारिया। जिन्हों ने आप जी नूं सिरजिया उन्होंने आप जी नूं संवारिया। क्यों संवारिया? क्योंकि जो परम जोत है परमात्मा, उस परम जोत की ये धारणा सी कि मैं एक ऐसा रूप तैयार करना है जो बहुत वड्डियां शक्तियां का मालिक होवेगा। पूरी होई करामात आप सिरजनहारे धारिया। करते ने आपने धन गुरु रामदास साहिब जी ने साजिया सिरजिया, अज उस कादर दी करामात पूरी हुई। करामात तो भाव ओदी तमन्ना पूरी। हुण जिहड़ी अर्ज मैं करन जा रहा, हो सकता है आप जी ने भी कहना ज्ञानी जी ये कथा तो असी बहुत समय तो सुनते आ रहे हैं, 50 साल हो गए, 60 साल हो गए सुनते आ रहे हैं, लेकिन कदे विचार नहीं की, तर्क नहीं की। पहली गल तो ये कि जदों बाबा श्री चंद गुरु रामदास साहिब दे कोल आए ते आके केवल बैठ ही नहीं गए होणगे, मत्था भी टेकिया होगा, मत्था भी टेकिया होगा, क्योंकि उसनों खबर है कि धन गुरु अमरदास साहिब जी नूं जदों भाई दातू ने लत मारी सी ते ओदा हशर की होया सी। बाबा श्री चंद नूं खबर है। बाबा श्री चंद नूं ये भी खबर है कि गुरुदेव पिता दी गल नहीं सुनी, गल असी नहीं मनी,
ਤੇ ਫਿਰ ਗੱਦੀ ਸਾਡੇ ਹੱਥ 'ਚੋਂ ਚਲੀ ਗਈ। ਤੇ ਅੱਜ ਬਾਬਾ ਸ਼੍ਰੀ ਚੰਦ ਗੁਰੂ ਰਾਮਦਾਸ ਸਾਹਿਬ ਨੂੰ ਮੱਥਾ ਟੇਕਦੇ ਨੇ ਤੇ ਬੈਠਦੇ ਨੇ, ਤੇ ਗੁਸਤਾਖੀ ਮਾਫ ਕੀ ਇਤਨੀ ਹਿੰਮਤ ਉਹਨਾਂ ਦੇ ਕੋਲ ਹੋ ਸਕਦੀ ਹੈ ਕਿ ਗੁਰੂ ਰਾਮਦਾਸ ਸਾਹਿਬ ਜੀ ਨੂੰ ਕਹਿਣ ਕਿ ਤੂੰ ਇਹ ਦਾੜਾ ਇਤਨਾ ਕਿਉਂ ਵਧਾਇਆ ਹੋਇਆ ਹੈ। ਇਹ ਕੋਈ ਅਦਬ ਦੀ ਗੱਲ ਨਹੀਂ ਹੈ। ਤੇ ਫਿਰ ਗੁਰੂ ਸਾਹਿਬ ਨੇ ਵੀ ਕਹਿ ਦਿੱਤਾ ਆਪ ਜੀ ਦੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਸਾਫ਼ ਕਰਨ ਵਾਸਤੇ। ਮੈਂ ਹੱਥ ਜੋੜ ਕੇ ਅਰਜ਼ ਕਰਾਂ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਪਏ ਨੇ ਸ਼੍ਰੀ ਚੰਦ ਨੂੰ ਤੁਹਾਡੇ ਵਰਗੇ ਗੁਰਮੁਖਾਂ ਦੇ। ਪਰ ਗੁਰਮੁਖ ਹੈ ਕੌਣ? ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਕੇ ਵੇਖੋ ਗੁਰਮੁਖ ਕੌਣ ਹੈ, ਮਹਾਂਪੁਰਸ਼ ਕੌਣ ਹੈ। ਤਾਂ ਇਹ ਜਿਹੜੀ ਸਾਖੀ ਆਪਾਂ ਸੁਣਦੇ ਆ ਰਹੇ ਹਾਂ, ਗੁਸਤਾਖੀ ਮਾਫ, ਇਸ 'ਤੇ ਗੌਰ ਕਰਨਾ ਇਹ ਵੀ ਨਿਰਮੂਲ ਹੈ। ਦੂਜੀ ਸਾਖੀ ਅੱਜ ਚੱਲ ਰਹੀ ਸੀ ਕਿ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਪਣੀ ਬੇਟੀ ਨੂੰ, ਜਿਹਦਾ ਨਾਮ ਸੀ ਮੋਹਣੀ ਜੀ, ਬਾਅਦ ਵਿੱਚ ਉਹਦਾ ਨਾਮ ਰੱਖਿਆ ਬੀਬੀ ਭਾਨੀ ਜੀ, ਮੋਹਣੀ ਜੀ। ਮੋਹਣੀ ਜੀ ਨੂੰ ਸਵਾਲ ਕੀਤਾ, ਐ ਮੇਰੇ ਬੱਚੇ ਇੱਕ ਗੱਲ ਦੱਸ, ਜੇ ਤੇਰੇ ਪਤੀ ਦੀ ਜਵਾਨੀ ਵਿੱਚ ਮੌਤ ਹੋ ਜਾਵੇ ਤਾਂ ਕੀ ਕਰੇਂਗੀ? ਉਸਨੇ ਕਹਿ ਦਿੱਤਾ ਮਹਾਰਾਜ ਮੈਂ ਭਾਣੇ ਵਿੱਚ ਰਵਾਂਗੀ। ਤੇ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਅੱਜ ਤੋਂ ਬਾਅਦ ਤੂੰ ਬੀਬੀ ਭਾਨੀ ਹੈ ਔਰ ਮੈਂ ਆਪਣੀ ਉਮਰ ਤੇਰੇ ਪਤੀ ਨੂੰ ਦੇ ਕੇ ਜਾ ਰਿਹਾ, ਮੈਂ ਆਪਣੀ ਉਮਰ। ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਕਹਿੰਦੇ ਨੇ? ਕਹਿੰਦੇ ਨੇ ਕਿ ਜਿਤਨੀ ਉਮਰ ਕਿਸੇ ਦੇ ਕੋਲ ਹੈ ਇੱਕ ਤਿਲ ਘਟੰਤ ਬਢੰਤ ਨੈਸਾਰ, ਇੱਕ ਤਿਲ ਵੀ ਘਟ ਨਹੀਂ ਸਕਦੀ, ਇੱਕ ਤਿਲ ਵੱਧ ਨਹੀਂ ਸਕਦੀ। ਇਹ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ। ਤੋ ਜਿਹੜੀ ਸਾਖੀ ਅਸੀਂ ਪੜ੍ਹਦੇ ਹਾਂ ਉਹਦਾ ਲਿਖਾਰੀ ਕੌਣ ਹੈ? ਜੇ ਅਸੀਂ ਲਿਖਾਰੀ ਦੀ ਗੱਲ ਕਰੀਏ ਤਾਂ ਇੱਕ ਲਿਖਾਰੀ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ, ਖਿਮਾ ਕਰਨਾ, ਕਹਿੰਦੇ ਨੇ ਅਫੀਮ ਖਾਂਦੇ ਸੀ, ਸੁੱਖਾ ਛਕਦੇ ਸੀ। ਹੁਣ ਉਸ ਲਿਖਾਰੀ ਨੂੰ ਅਸੀਂ ਕੀ ਕਰਾਂਗੇ? ਤਾਂ ਇਸ ਤਰ੍ਹਾਂ ਦੇ ਖਿਆਲਾਤ ਮੈਂ ਇਸ ਕਰਕੇ ਅਰਜ਼ ਕਰ ਰਹੀ ਹਾਂ, ਕੋਈ ਵੀ ਸਾਖੀ ਗੁਰਮਤ ਦੇ ਅਨੁਕੂਲ ਹੋਵੇ ਉਹਨੂੰ ਐਕਸੈਪਟ ਕਰ ਲਵੋ, ਜਿਹੜੀ ਗੁਰਮਤ ਦੇ ਅਨੁਕੂਲ ਨਹੀਂ ਹੈ ਉਹਨੂੰ ਛੱਡ ਦਿਓ, ਗੁਰਮਤ ਨਹੀਂ ਕਹਿੰਦੀ। ਗੁਰੂ ਕੀ ਸੇਵਾ ਲੰਗਰ ਵੀ ਹੈ, ਗੁਰੂ ਕੀ ਸੇਵਾ ਜੋੜੇ ਖਾਨੇ ਦੀ ਸੇਵਾ ਵੀ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਮੂਲ ਗੱਲ ਹੋਰ ਕਹਿੰਦੇ ਪਏ ਨੇ, ਗੁਰੂ ਕੀ ਸੇਵਾ ਗੁਰੂ ਸ਼ਬਦ ਵਿਚਾਰ ਹੈ। ਸ਼ਬਦ ਦੀ ਵਿਚਾਰ ਕੌਣ ਕਰੇਗਾ? ਗੁਰ ਕੀ ਸੇਵਾ ਗੁਰੂ ਭਗਤ ਹੈ, ਗੁਰੂ ਦੀ ਭਗਤੀ ਹੈ। ਔਰ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਕਿ ਧੀਰੇ ਧੀਰੇ ਕਰਕੇ ਸਾਨੂੰ ਤਸਵੀਰਾਂ ਦੇ ਨਾਲ ਜੋੜਿਆ ਜਾ ਰਿਹਾ ਹੈ, ਔਰ ਤਸਵੀਰਾਂ ਦੇ ਨਾਲ ਜੋੜਨ ਤੋਂ ਮੁਰਾਦ ਹੈ ਕਿ ਅਸੀਂ ਧੀਰੇ ਧੀਰੇ ਕਰਕੇ ਗੁਰੂ ਗ੍ਰੰਥ ਸਾਹਿਬ ਤੋਂ ਪਾਸੇ ਹੁੰਦੇ ਜਾਈਏ, ਕੇਵਲ ਤੇ ਕੇਵਲ ਤਸਵੀਰ ਟੰਗ ਦਈਏ ਬਸ। ਇਹ ਬਹੁਤ ਵੱਡਾ ਨੁਕਸਾਨ, ਬਹੁਤ ਵੱਡਾ ਘਾਟਾ। ਤਾਂ ਮੈਂ ਅਰਜ਼ ਕਰ ਰਿਹਾ ਸੀ, ਇੱਕ ਪ੍ਰੇਮੀ ਨੂੰ ਮੈਂ ਕਿਹਾ ਜੋ ਕਿ ਗੁਰਦੁਆਰੇ ਵਿੱਚ ਸੇਵਾ ਕਰਦਾ ਪਿਆ ਸੀ, ਕਿਸ ਦੀ ਬਾਥਰੂਮ ਨੂੰ ਸਾਫ਼ ਕਰਦਾ ਪਿਆ ਸੀ। ਥੋੜਾ ਜਿਹਾ ਧਿਆਨ ਦੇ ਨਾਲ ਸੁਣਨਾ। ਰੋਜ਼ ਸੇਵਾ ਕਰਦਾ ਹੈ, ਰੋਜ਼ ਸੇਵਾ। ਤੇ ਮੈਂ ਉਸ ਨੂੰ ਕਹਿ ਦਿੱਤਾ ਤੂੰ ਬਹੁਤ ਪ੍ਰੇਮੀ ਹੈ, ਪਰ ਮੈਨੂੰ ਹੈਰਾਨਗੀ ਆਉਂਦੀ ਹੈ ਕਿ ਇੰਨੇ ਵੱਡੇ ਘਰਾਣੇ ਦਾ ਹੋ ਕੇ ਤੇ ਤੂੰ ਇਸ ਤਰ੍ਹਾਂ ਗੁਰੂ ਘਰ ਵਿੱਚ ਆ ਕੇ ਵਾਸ਼ਰੂਮ ਸਾਫ਼ ਕਰਦਾ ਹੈ। ਮੈਂ ਕੁਰਬਾਨ ਜਾਨਾ ਤੇਰੇ ਤੇ। ਕਹਿਣ ਲੱਗੇ ਗਿਆਨੀ ਜੀ ਇਹ ਤਾਂ ਰੱਬ ਦੀ ਸੇਵਾ ਹੈ, ਸਰਗੁਣ ਸਰੂਪ ਦੀ ਸੇਵਾ ਹੈ। ਮੈਂ ਕਿਹਾ ਬਹੁਤ ਚੰਗੀ ਗੱਲ ਹੈ। ਇੱਕ ਛੋਟੀ ਜੀ ਮੈਂ ਆਪ ਜੀ ਨੂੰ ਬੇਨਤੀ ਕਰਾਂ। ਕਹਿਣ ਲੱਗੇ ਦੱਸੋ।
मैं क्या सामने 5वीं क्लास तक स्कूल है, छोटे छोटे बच्चे ने, पर उत्थे कोई सफाई कर्मचारी नहीं आ रहा। 2-3 दिन तुसी बाथरूम उत्थे भी साफ कर दो तो बहुत वड्डी किरपा होगी। वो मैनू पै गया, कहन लगे ज्ञानी जी तुसी मैनू की समझा होया है, तुसी की समझा होया है? मैं स्कूल दे विच जाके बाथरूम साफ करांगा? मैं क्या फिर गुरु घर दे विच और स्कूल दे विच की फर्क है? मानवता दी सेवा है। ये सेवा सानू कुछ न कुछ सिखा रही है कि जे गुरुद्वारे विच आप जी सेवा कर सकते हो जोड़े दी, ते बाहर निमरता क्यों नहीं? गुरुद्वारे विच मंदिर विच झाड़ू दी सेवा कर सकते हो, बाहर निमरता क्यों नहीं दिखा सकते? तो खैर मैं अर्ज करा, गुरु रामदास साहब ने कहा कि गुरु ने मेरे सिर ते हथ रखिया, हुण गुरु दा हथ की है? गुरु दा हथ चंदोवा, आप जी ने कहना नहीं। गुरु दा हथ पालकी, आप जी ने कहना नहीं। गुरु दा हथ चौर साहब, नहीं। गुरु दा हथ है गुरु शब्द, गुरु उपदेश। गुरबाणी पुकार पुकार के कह रही है, उपदेश सुनो तुम गुर सिखो, पावो गुणी निधान। उपदेश सुनते जाओ, अपने आप को खाली करते जाओ। उपदेश सुनते जाओ, अपने आप को खाली करते जाओ। खाली किस तरह? बहुत बार असी कहते हाँ कि मैं धरती दे विचों पानी कढ़िया, असी कह देने हैं। और मनुख कदी कदाई ये भी कह देंदा है, मेरे विच इन्नी ताकत है कि मैं ठोकर मारा तो धरती चो पानी कढ़ सकदा, कह देने हैं। पर गुस्ताखी माफ, धरती तो मिट्टी कढ़ सकते हो, पत्थर कढ़ सकते हो, कंकड़ कढ़ सकते हो, पर पानी नहीं कढ़ सकते। पानी अपने आप आंदा है। जो मिट्टी कढ़ी है, पत्थर कढ़े ने, रोड़े कढ़े ने, कंकड़ कढ़े ने, पानी अपने आप आया है, सानू कढ़न की लोड़ नहीं पई है। ते उसी तरह जदों असी अपने अंदर कंकड़ पत्थर कढ़ते जावांगे, क्योंकि साडे अंदर कंकड़ पत्थर बहुत ने, विचारां दे, विकारां दे, वासनावां दे अंदर कंकड़ पत्थर ने। कढ़ते जाओ, परत दर परत उतारते जाओ। एक दिन ऐसा आएगा जिथे शून्य हो गए, उत्थे प्रगट हो गया परमात्मा।